ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ। ANB ਨਿਊਜ਼ ਦੇਖਦੇ ਹੋਏ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਤੋਂ ਸਵਾਗਤ ਆ। ਜਿੱਥੇ ਕਿ ਸਰਕਾਰ ਕਰੋਨਾ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਬਿਜਲੀ ਦੇ ਬਿੱਲ, ਹਾਊਸ ਟੈਕਸ, ਸਕੂਲ ਦੀਆਂ ਫੀਸਾਂ ਲਗਾ ਰਹੀ ਆ, ਉੱਥੇ ਇਸ ਤੁਹਾਨੂੰ ਇੱਦਾਂ ਦੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ। ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ, ਅੱਜ ਅਸੀਂ ਉਹਨਾਂ ਦੇ ਨਿਵਾਸ ਸਥਾਨ 'ਤੇ ਮੈਂ ਗੱਲਬਾਤ ਕਰਨਾ। ਪਹਿਲੀ ਗੱਲ ਬੀਬੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ANB ਦੇ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਜਿਹੜੀ ਆ ਇੱਕ ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜੇ ਕਿ ਲੋਕੀ ਪਹਿਲੀ ਇਹਨਾਂ ਕਾਰੋਬਾਰ ਤੋਂ ਲੋਕੀ ਇੰਨਾ ਪਰੇਸ਼ਾਨ ਨੇ ਕਿ ਲੋਕਾਂ ਨੂੰ ਕੋਈ ਕੰਮ ਧੰਦਾ ਨਹੀਂ ਸੁੱਝਦਾ। ਦੂਜੇ ਪਾਸੇ ਸਰਕਾਰਾਂ ਜਿਹੜੀਆਂ ਕੋਈ ਬਿਜਲੀ ਦੇ ਬਿੱਲ ਲਾਈ ਜਾਂਦੀਆਂ, ਕੋਈ ਹਾਊਸ ਟੈਕਸ ਲਾਈ ਜਾਂਦੀ ਆ, ਕੋਈ ਬੈਂਕਾਂ ਵਾ ਉਹ ਵੀ EMI ਕੱਟੀ ਜਾਂਦੀਆਂ ਵਾ, ਲੋਕਾਂ ਨੂੰ ਕਾਰੋਬਾਰ ਨਹੀਂ ਲੱਭਦੇ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲਾਂ ਤਾਂ ਇਹ ਹੈ ਕਿ ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਲਗਾਤਾਰ 2-3 ਮਹੀਨੇ ਤੋਂ ਜਿਹੜੇ ਦਿਹਾੜੀਦਾਰ ਹੈ, ਮਜ਼ਦੂਰ ਹੈ ਜਾਂ ਛੋਟੇ ਮੁਲਾਜ਼ਮ ਹੈ, ਖਾਸ ਕਰਕੇ ਉਹਨਾਂ ਦੀ ਹਾਲਤ ਜਿਹੜੀ ਬੜੀ ਤਰਸਯੋਗ ਹੋਈ ਹੈ। ਕਿਉਂਕਿ ਰਾਸ਼ਨ ਵੀ ਸੇਵਾ ਸੰਸਥਾਵਾਂ ਨੇ, ਸੇਵਾ ਸੁਸਾਇਟੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਕੋਈ ਦਾਨੀ ਸੱਜਣਾ ਨੇ ਲੋਕਾਂ ਤੱਕ ਪਹੁੰਚਾ ਕੇ ਅਤੇ ਸੇਵਾ ਆਪਣੀ ਆਰੰਭ ਕੀਤੀ ਸੀ ਅਤੇ ਉਹ ਸੇਵਾ ਲੋਕਾਂ ਤੱਕ ਪਹੁੰਚਾਈ। ਅਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਅੱਜ ਲੋਕ ਜਿਹੜੇ ਆ ਸਾਹਮਣਾ ਕਰਨ ਜਾ ਰਹੇ ਹੈ। ਜਿਹੜੀ ਬਿਜਲੀ 3.5 ਰੁਪਏ 'ਚ ਖਰੀਦਦੇ ਹੈ ਸਰਕਾਰ, ਔਰ ਉਹ ਬਿਜਲੀ 9 ਰੁਪਏ ਵਿੱਚ ਜਾ ਰਹੀ ਹੈ। ਅੱਜ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਇੱਕ ਤਾਂ ਮਹਿੰਗੀ ਬਿਜਲੀ, ਇੱਕ ਇਸ ਵੇਲੇ ਜਿਹੜਾ ਬੋਝ ਪਾਇਆ ਜਾ ਰਿਹਾ ਕਿ ਤੁਰੰਤ ਬਿੱਲ ਜਿਹੜੇ ਆ ਉਹ ਜਮ੍ਹਾਂ ਕਰਾਏ ਜਾਣ। ਮੈਂ ਸਮਝਦੀ ਹਾਂ ਕਿ ਸਰਕਾਰ ਨੂੰ ਥੋੜ੍ਹਾ ਇਸ ਗੱਲ ਦੇ ਉੱਤੇ ਰਾਹਤ ਦੇਣੀ ਚਾਹੀਦੀ ਹੈ ਕਿ ਜਿਹੜੇ ਜਿਸ ਤਰ੍ਹਾਂ ਅੱਗੇ 200 ਯੂਨਿਟ ਮਾਫ ਸੀ, 400 ਯੂਨਿਟ ਮਾਫ ਸੀ, ਇਸ ਵਾਰ ਜੇ ਕਿਤੇ 2 ਮਹੀਨੇ 3 ਮਹੀਨੇ ਥੋੜ੍ਹਾ ਸਰਕਾਰ ਰਾਹਤ ਦੇ ਦਿੰਦੀ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਅਤੇ ਉਹਨਾਂ ਦੀ ਕੋਈ ਸੁੱਖ ਦਾ ਸਾਹ ਆ ਜਾਂਦਾ। ਇਹ ਵੀ ਇੱਕ ਨਿੰਦਣਯੋਗ ਕਾਰਵਾਈ ਹੈ ਕਿ ਤੁਰੰਤ ਬਾਹਰ ਨਿਕਲਦਿਆਂ ਸਾਰ ਹੀ, ਅਜੇ ਲੋਕਡਾਊਨ ਚੱਲ ਰਿਹਾ ਹੈ, ਕਰਫਿਊ ਹੀ ਖੁੱਲ੍ਹਾ ਹੈ, ਲੋਕ ਮਾੜੇ ਮੋਟੇ ਘਰਾਂ 'ਚੋਂ ਬਾਹਰ ਨਿਕਲੇ ਹੈ ਅਤੇ ਇੱਕਦਮ ਉਹਨਾਂ ਦੇ ਸਾਹ ਸੁਕਾ ਦੇਣੇ। ਅਤੇ ਮੈਂ ਕਿ ਇਸ ਵੇਲੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰ ਸਕਣਗੇ। ਜਿੱਥੋਂ ਤੱਕ ਸਕੂਲਾਂ ਦੀ ਗੱਲ ਹੈ, ਕਿਉਂਕਿ ਸਕੂਲ ਇਹ 'ਚ ਕੋਈ ਸ਼ੱਕ ਨਹੀਂ ਕਿ ਸਕੂਲ ਜਿਹੜੇ ਚੱਲਣੇ ਆ ਉਹਨੇ ਅਕਸਰ ਕਿਸੇ ਸੋਰਸਿਸ ਨਾਲ ਚੱਲਣੇ ਆ, ਉਹਨਾਂ ਨੇ ਕਿਸੇ ਆਮਦਨ ਤੋਂ ਚੱਲਣਾ। ਪਰ ਜਿਹੜੇ ਬਹੁਤਾ ਬੋਝ ਇੱਕਦਮ ਪੈ ਜਾਏਗਾ ਬੱਚਿਆਂ ਦੇ ਉੱਤੇ, ਉਹ ਵੀ ਸਕੂਲ ਜਿਹੜੇ ਹੈ ਉਹ ਪੇ ਨਹੀਂ ਕਰ ਸਕਣਗੇ। ਗਰੀਬ ਦਾ ਬੱਚਾ ਨਹੀਂ ਪੇ ਕਰ ਸਕੇਗਾ, ਜਾਂ ਜਿਹਨਾਂ ਕੋਲ ਸੋਰਸਿਸ ਘੱਟ ਹੈ ਨਹੀਂ ਕਰ ਸਕਣਗੇ। ਉਹ ਸਕੂਲਾਂ ਵਾਲਿਆਂ ਦਾ ਵੀ ਦੇਖ ਕੇ ਕਿ ਉਹਨਾਂ ਦੇ ਖਰਚੇ ਕਿੰਨੇ ਕੁ ਜਿਹੜੇ ਹੈ ਉਹ ਘਟਾਏ ਜਾ ਸਕਦੇ ਹੈ, ਕਿੰਨੇ ਕੁ ਦਿੱਤੇ ਜਾ ਸਕਦੇ ਹੈ। ਨਹੀਂ ਤਾਂ ਵਿਦੇਸ਼ਾਂ ਵਿੱਚ ਦੇਖਿਆ ਕਿ ਸਰਕਾਰ ਆਪ ਦੇ ਰਹੀ ਹੈ, ਉਹਨਾਂ ਦੀਆਂ ਤਨਖਾਹਾਂ ਦੇ ਰਹੀ ਹੈ, ਟੀਚਰਾਂ ਦੀਆਂ, ਸਾਰੇ ਸਕੂਲਾਂ ਦੀ ਪੇਮੈਂਟਸ ਕਰ ਰਹੀ ਹੈ। ਜੇ ਇੱਕ ਪਾਸੇ ਤਾਂ ਵਿਦੇਸ਼ਾਂ ਦੀਆਂ ਰੀਸਾਂ ਆਪਾਂ ਕਰਦੇ ਹਾਂ ਤਾਂ ਸਰਕਾਰ ਥੋੜ੍ਹਾ ਬਹੁਤਾ ਬੋਝ ਜਿਹੜਾ ਹੈ ਉਹ ਸਕੂਲਾਂ ਦਾ ਵੀ ਝੱਲ ਲਵੇ। ਜੇ ਝੱਲ ਸਕਦਾ ਤਾਂ ਝੱਲਣਾ ਚਾਹੀਦਾ, ਤਾਂ ਜੋ ਟੀਚਰ ਵਿਚਾਰੇ ਵੀ ਤਨਖਾਹ ਮੰਗਣਗੇ, ਉਹਨਾਂ ਦੇ ਵੀ ਖਰਚੇ ਪੂਰੇ ਕਰਨੇ ਹੈ। ਸੋ ਬੱਚਿਆਂ ਦੇ ਉੱਤੇ ਜਿਹੜਾ ਬੋਝ ਹੈ ਇਸ ਵੇਲੇ ਮਾਂ ਬਾਪ ਨਹੀਂ ਬਰਦਾਸ਼ਤ ਕਰ ਸਕਦੇ। ਫਿਰ ਵੀ ਜਿਹੜੇ ਪੇਰੈਂਟਸ ਟੀਚਰ ਕਰਨਾ ਚਾਹੀਦਾ ਤਾਂ ਜੋ ਲੋਕਾਂ ਦੇ ਉੱਤੇ ਜਿਹੜਾ ਬੋਝ ਹੈ ਉਹ ਘੱਟ ਸਕੇ। ਜਦ ਕਿ ਸਕੂਲ ਬੰਦ ਨੇ, ਕਾਲਜ ਬੰਦ ਪਏ ਹੋਏ ਨੇ, ਜਦ ਕਿ ਸਰਕਾਰ ਨੇ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਸ਼ਰਾਬ ਫੈਕਟਰੀਆਂ ਦੇ ਵਿੱਚ ਲਗਾ ਦਿੱਤੀ ਹੋਈ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਆ ਜੀ। ਅਧਿਆਪਕ ਦੀ ਬਹੁਤ ਹੀ ਇੱਜ਼ਤਦਾਰ ਇੱਕ ਨੌਕਰੀ ਹੁੰਦੀ ਹੈ ਔਰ ਲੋਕਾਂ ਵਿੱਚ ਬੜਾ ਸਟੇਟਸ ਸਿੰਬਲ ਹੈ। ਲੋਕ ਇਹਨਾਂ ਨੂੰ ਬਹੁਤ ਇੱਜ਼ਤ ਨਾਲ ਵੇਖਦੇ ਆ ਔਰ ਖ਼ਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਇੱਕ ਗੁਰੂ ਦੀ ਤਰ੍ਹਾਂ ਸਮਝਦੇ ਆ। ਅਤੇ ਜੇ ਅਧਿਆਪਕਾਂ ਨੂੰ ਇੰਨੀ ਇੱਜ਼ਤ ਵਾਲੀ ਥਾਂ 'ਤੇ ਕੰਮ ਕਰਨ ਵਾਲਿਆਂ ਨੂੰ ਤੁਸੀਂ ਅੱਜ ਸ਼ਰਾਬ ਦੀ ਫੈਕਟਰੀਆਂ ਵਿੱਚ ਲਗਾ ਦਿਓ ਕਿ ਜਾਓ ਤੁਸੀਂ ਸ਼ਰਾਬਾਂ ਦੀ ਗਿਣਤੀ ਕਰੋ ਅਤੇ ਪੇਟੀਆਂ ਦੀ ਗਿਣਤੀ ਕਰੋ, ਕਿੱਧਰ ਜਾ ਰਹੀ ਹੈ? ਅਤੇ ਸਰਕਾਰ ਕਿੱਥੇ ਹੈ? ਸਰਕਾਰ ਕਿੱਥੇ ਹੈ? ਸਰਕਾਰ ਅੰਨੀ ਹੈ ਕਿ ਲੋਕਡਾਊਨ ਦਾ ਸਮਾਂ ਹੋਵੇ, 5600 ਕਰੋੜ ਰੁਪਏ ਨੂੰ ਚੂਨਾ ਲੱਗਾ ਹੋਵੇ ਸਰਕਾਰ ਦੇ ਖਜ਼ਾਨੇ ਨੂੰ, ਉਹ ਪੈਸਾ ਗਿਆ ਕਿੱਥੇ ਹੈ? ਕਿਸ ਦੀ ਜੇਬ 'ਚ ਗਿਆ? ਕਿੱਧਰ ਗਿਆ? ਸ਼ਰਾਬ ਮਾਫੀਆ ਦਾ ਇਹਨਾਂ ਨੂੰ ਨਹੀਂ ਪਤਾ? ਜਦੋਂ ਕਿ ਮੁੱਖ ਸਕੱਤਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਹਿ ਰਹੇ ਹੈ ਕਿ ਜਿਹੜੀ ਸ਼ਰਾਬ ਮਾਫੀਆ ਦਾ ਧੰਦਾ ਚੱਲ ਰਿਹਾ ਉਹ ਲੀਡਰਾਂ ਦੀ ਸਰਪ੍ਰਸਤੀ ਹੇਠ ਚੱਲ ਰਿਹਾ, ਮੰਤਰੀਆਂ ਦੀ ਸਰਪ੍ਰਸਤੀ ਹੇਠ ਚੱਲ ਰਿਹਾ, MLA ਦੀ ਸਰਪ੍ਰਸਤੀ ਹੇਠ ਚੱਲ ਰਿਹਾ। ਔਰ ਉਹਨੇ ਸਪਸ਼ਟ ਬੋਲ ਕੇ ਕਿਹਾ ਕਿ ਫਾਈਨੈਂਸ ਮਿਨਿਸਟਰ ਵੱਲ ਹੱਥ ਕਰਕੇ ਕਿ ਤੁਹਾਡੇ ਬਠਿੰਡੇ ਵਿੱਚ ਕੀ ਹੋ ਰਿਹਾ? ਤੁਹਾਨੂੰ ਨਹੀਂ ਪਤਾ ਕਿ ਸ਼ਰਾਬ ਦਾ ਧੰਦਾ ਕਿੱਦਾਂ ਚੱਲ ਰਿਹਾ, ਕਿਹੜੀਆਂ ਫੈਕਟਰੀਆਂ ਚੱਲ ਰਹੀਆਂ? ਖੰਨੇ 'ਚ ਫੈਕਟਰੀ ਫੜੀ ਗਈ, ਕੋਈ ਉੱਤੇ ਕਾਰਵਾਈ ਨਹੀਂ ਹੋਈ। ਰੋਪੜ ਵਿੱਚ ਫੜੀ ਗਈ ਹੈ, ਕੋਈ ਕਾਰਵਾਈ ਨਹੀਂ ਹੋਈ। ਮੋਹਾਲੀ ਵਿੱਚ ਡੇਰਾਬੱਸੀ 'ਚ ਫੜੀ ਗਈ ਹੈ, ਕੋਈ ਕਾਰਵਾਈ ਨਹੀਂ ਹੋਈ। ਬਠਿੰਡੇ 'ਚ ਫੜੀ ਗਈ, ਕੋਈ ਕਾਰਵਾਈ ਨਹੀਂ ਹੋਈ। ਹਰ ਥਾਂ ਦੇ ਉੱਤੇ ਵੱਡੀਆਂ ਵੱਡੀਆਂ ਫੈਕਟਰੀਆਂ ਜਾਲੀ ਸ਼ਰਾਬ ਦੀਆਂ ਚੱਲ ਰਹੀਆਂ ਔਰ ਮੇਰਾ ਖਿਆਲ 30-30 ਹਜ਼ਾਰ ਲੀਟਰ ਸ਼ਰਾਬ
ਜਿਹੜੀ ਜਾਲੀ ਫੜੀ ਗਈ ਹੈ, ਇਹ ਸਾਰੀ ਜਿਹੜੀ ਧੰਦਾ ਕੌਣ ਚਲਾ ਰਿਹਾ? ਕਿ ਲੋਕਡਾਊਨ ਦੇ ਵਿੱਚ ਸਰਕਾਰ ਸੁੱਤੀ ਸੀ? ਇਹ ਤਾਂ ਕੋਈ ਓਲਾ ਨਹੀਂ ਸੀ ਹੋ ਸਕਦਾ। ਅਕਸਰ ਇਹ ਸ਼ਰਾਬ ਠੇਕਿਆਂ ਦੇ ਕਰਿੰਦਿਆਂ ਰਾਹੀਂ ਗਈ, ਅਤੇ ਕਰਿੰਦਿਆਂ ਨੂੰ ਕਿਹਨੇ ਦਿੱਤੀ? ਉਹ ਸਪਲਾਈ ਜੇ ਮੰਤਰੀਆਂ ਤੋਂ ਸਿਵਾਏ ਜਾਂ ਸਰਕਾਰ ਦੇ ਵੱਡੇ ਅਫਸਰਾਂ ਤੋਂ ਸਿਵਾਏ ਜਾਂ SSP DC ਉਹਨਾਂ ਦੇ ਸਿਵਾਏ ਇਹ ਸਾਰੀ ਮਿਲੀ ਭੁਗਤ ਜੇ ਨਾ ਹੋਵੇ ਤਾਂ ਕਦੀ ਇਹ ਧੰਦੇ ਨਹੀਂ ਚੱਲ ਸਕਦੇ। ਸੋ 5600 ਕਰੋੜ ਰੁਪਏ ਦਾ ਅੱਜ ਚੂਨਾ ਜੇ ਰੈਵਨਿਊ ਨੂੰ ਲੱਗਾ ਐਕਸਾਈਜ਼ ਦੇ ਵਿੱਚ, ਤਾਂ ਇਹ ਕਿਹਦਾ ਕੌਣ ਦੋਸ਼ੀ ਹੈ? ਔਰ ਅਸੀਂ ਨਹੀਂ ਕਹਿੰਦੇ, ਵਿਰੋਧੀ ਨਹੀਂ ਕਹਿੰਦੇ, ਉਹਨਾਂ ਦੇ ਮੁੱਖ ਸਕੱਤਰ ਨੇ ਕਿਹਾ, ਮੀਟਿੰਗ 'ਚ ਕਿਹਾ ਕੈਬਨਿਟ ਦੇ ਵਿੱਚ। ਔਰ ਕੈਬਨਿਟ ਦਾ ਅਤੇ ਮੁੱਖ ਸਕੱਤਰ ਦਾ ਅੱਜ ਕਲੈਸ਼ ਕੀ ਪਿਆ, ਕੀ ਕਲੇਸ਼ ਹੈ ਵੀ ਜੀ ਇਹਨੇ ਇਸ ਤਰ੍ਹਾਂ ਕਿਉਂ ਕਿਹਾ? ਹੁਣ ਇਸ ਗੱਲ ਨੂੰ ਸੋਚਣ ਵਾਲੀ ਗੱਲ ਹੈ ਕਿ ਇਹ ਜਿਹੜਾ ਪੈਸਾ ਉਹ ਕਿਹਨਾਂ ਦੀ ਜੇਬ 'ਚ ਗਿਆ ਔਰ ਕੌਣ ਕਰਾਉਣ ਵਾਲੇ ਹੈ? ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਤੇ ਗਵਰਨਰ ਨੂੰ ਇਹ ਸਰਕਾਰ ਭੰਗ ਕਰਨੀ ਚਾਹੀਦੀ ਹੈ, ਕਿਉਂਕਿ ਜੇ ਕੈਪਟਨ ਸਾਹਿਬ ਨੂੰ ਨਹੀਂ ਪਤਾ ਵੀ ਇਹ ਧੰਦਾ ਕਿਸ ਤਰ੍ਹਾਂ ਹੋ ਰਿਹਾ ਹੈ, ਜੇ ਮੁੱਖ ਸਕੱਤਰ ਸਪਸ਼ਟ ਕਹਿ ਰਿਹਾ, ਮੁੱਖ ਸਕੱਤਰ ਕਿਹਨੇ ਲਾਇਆ ਹੁੰਦਾ? ਕੈਬਨਿਟ ਨੇ। ਇਹ ਸਭ ਤਾਂ ਸਾਰੇ ਆਫਿਸਰਸ ਦੇ ਉੱਪਰ ਕੰਮ ਕਰਨ ਵਾਲਾ ਹੁੰਦਾ, ਕਸਟੋਡੀਅਨ ਸਰਕਾਰ ਦਾ ਸਮਝ ਲਓ ਇੱਕ ਮੁੱਖ ਸਕੱਤਰ ਹੁੰਦਾ। ਔਰ ਇਹ ਸਾਰੇ ਮੰਤਰੀ ਜਿਹੜੇ ਹੈ, ਅੱਜ ਕੋਈ ਕਹਿੰਦੇ ਅਸੀਂ ਬਾਈਕਾਟ ਕਰਦੇ ਹਾਂ, ਫਿਰ ਕੈਬਨਿਟ ਵਿੱਚ ਬੈਠੇ ਹੁੰਦੇ ਹੈ। ਇਹਨਾਂ ਦੀ ਕੀ ਪੋਜੀਸ਼ਨ ਹੈ ਇਸ ਵੇਲੇ? ਕੀ ਉਹਨਾਂ ਦੇ ਨਾਲ ਜਿਹੜੀ ਇਹਦਾ ਮਤਲਬ ਕਿ ਉਹ ਜੋ ਸੱਚ ਬੋਲਿਆ ਉਹਨੇ ਸੱਚ ਬੋਲਿਆ ਕਿ ਇਹ ਝੂਠੇ ਨੇ? ਕੁਛ ਨਾ ਕੁਛ ਤਾਂ ਹੈ ਨਾ। ਇਸ ਕਰਕੇ ਮੈਂ ਸਮਝਦੀ ਹਾਂ ਕਿ ਜਿਹੜਾ ਸਰਕਾਰ ਨੂੰ ਜਿੱਥੇ ਬਚਾਉਣਾ ਹੈ ਉੱਥੇ ਤਾਂ ਧੰਦਾ ਹੋ ਰਿਹਾ ਮਾਫੀਏ ਦਾ। ਐਕਸਾਈਜ਼ ਵੇਖ ਲਓ ਜੀ, ਐਕਸਾਈਜ਼ ਦਾ ਹੋ ਗਿਆ। ਦੂਜੇ ਪਾਸੇ ਮਾਈਨਿੰਗ, ਸ਼ਰਾਬ ਦੇ ਠੇਕੇ ਖੋਲ੍ਹਣ ਦੇ ਫਿਕਰ ਲੱਗ ਗਈ, ਠੇਕੇ ਖੋਲ੍ਹ ਦਿਓ। ਕਿਉਂ? ਕਿ ਉੱਥੋਂ ਆਵੇ ਆਮਦਨ। ਗੁਰਦੁਆਰੇ ਬੰਦ, ਮੰਦਰ ਬੰਦ, ਮਸਜਿਦਾਂ ਬੰਦ, ਕਿ ਲੋਕ ਨਾ ਇਕੱਠੇ ਹੋਣ। ਜਿੱਥੇ 5-5 ਕਿਲੋਮੀਟਰ ਦੀਆਂ ਲਾਈਨਾਂ ਲੱਗ ਜਾਣ ਸ਼ਰਾਬ ਦੇ ਠੇਕਿਆਂ ਦੇ ਅੱਗੇ, ਉਹ ਮਨਜ਼ੂਰ। ਉੱਥੇ ਬਿਮਾਰੀ ਨਹੀਂ ਫੈਲਦੀ। ਸਰਕਾਰ ਨੂੰ ਜਿਹੜਾ ਕਿ ਮੰਦਿਰ, ਗੁਰਦੁਆਰੇ, ਚਰਚਾ, ਇਹਦੇ ਵਿੱਚ ਕੋਈ ਆਮਦਨ ਨਹੀਂ, ਕਿ ਸ਼ਰਾਬ ਇਹੋ ਜਿਹੀ ਕੀ ਜ਼ਰੂਰਤ ਪੈ ਗਈ ਸੀ ਜਿਹੜੇ ਕਿ ਸ਼ਰਾਬ ਦੇ ਜਿਹੜੇ ਠੇਕੇ ਆ ਕਿ ਖੋਲ੍ਹਣ ਦੀ ਬਜਾਏ ਕਿ ਉਹਦੇ ਵਿੱਚੋਂ ਕੋਈ ਜ਼ਿਆਦਾ ਕਮਾਈ ਆਉਂਦੀ ਆ? ਦੇਖੋ, ਗੱਲ ਇਨਸਾਨੀਅਤ ਦੀ ਹੈ। ਇੱਥੋਂ ਇਨਸਾਨੀਅਤ ਪੈਦਾ ਹੋਣੀ ਹੈ। ਗੁਰਦੁਆਰੇ 'ਚੋਂ, ਗੁਰੂ ਘਰ ਵਿੱਚੋਂ ਮਨੁੱਖ ਨੂੰ ਧਰਮ ਦੀ ਗੱਲ ਕੀਤੀ ਜਾਂਦੀ ਹੈ। ਔਰ ਜਿਸ ਤਰ੍ਹਾਂ ਗੁਰੂ ਘਰਾਂ ਦੇ ਵਿੱਚੋਂ ਹੁਣ ਤੁਸੀਂ ਇਹ ਦੇਖੋ, ਜਿੰਨੀ ਸੇਵਾ ਹੋਈ ਹੈ ਉਹ ਗੁਰੂ ਘਰਾਂ ਨੇ ਕੀਤੀ ਹੈ। ਜਿੰਨੀ ਸੇਵਾ ਹੋਈ ਹੈ ਲੋਕਾਂ ਦੀ, ਗਰੀਬਾਂ ਦੀ, ਮਾੜੇ ਲੋਕਾਂ ਦੀ, ਲੋੜਵੰਦਾਂ ਦੀ, ਉਹ ਧਾਰਮਿਕ ਜਥੇਬੰਦੀਆਂ ਨੇ ਕੀਤੀ ਹੈ, ਸਿੱਖ ਸੰਸਥਾਵਾਂ ਨੇ ਕੀਤੀ ਹੈ, ਸੇਵਾ ਸੁਸਾਇਟੀਆਂ ਨੇ ਕੀਤੀ ਹੈ, ਜਾਂ ਦਾਨੀ ਸੱਜਣਾ ਨੇ ਕੀਤੀ ਹੈ, ਜਾਂ ਸਾਡੀਆਂ ਮੁੱਖ ਸੰਸਥਾਵਾਂ SGPC ਵਰਗਿਆਂ ਨੇ ਕੀਤੀ ਹੈ। ਉਹ ਸਾਰੀ ਜਿਹੜੀ ਸੇਵਾ ਸੀ ਉਹ ਕਰਨ ਵਾਲੇ ਕੌਣ ਸੀ? ਧਾਰਮਿਕ ਅਸਥਾਨ। ਜੇ ਧਾਰਮਿਕ ਅਸਥਾਨ ਮਨੁੱਖਤਾ ਦੀ ਸੇਵਾ ਕਰਦੇ ਆ, ਇਨਸਾਨੀਅਤ ਦੀ ਸੇਵਾ ਕਰਦੇ ਆ, ਚਾਹੇ ਦੂਰ ਹੋਏ ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਜਿੱਥੇ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੀ ਹੈ ਜਿਸ ਚੀਜ਼ ਦੇ ਨਾਲ, ਜਿੱਥੇ ਘਰਾਂ 'ਚ ਕਪੱਤ ਪੈਦਾ ਹੁੰਦਾ, ਜਿੱਥੇ ਘਰਾਂ 'ਚ ਲੜਾਈ ਪੈਦਾ ਹੁੰਦੀ, ਜਿੱਥੇ ਘਰਾਂ ਦੇ ਉਜਾੜੇ ਪੈਦਾ ਹੁੰਦੇ ਆ, ਜਿੱਥੇ ਘਰਾਂ ਦੇ ਭਾਂਡੇ ਵਿਕਦੇ ਆ, ਜਿੱਥੇ ਘਰ ਬਰਬਾਦ ਹੁੰਦੇ ਆ, ਜਿੱਥੇ ਬੱਚੇ ਕੁੱਟੇ ਜਾਂਦੇ ਆ, ਜਿੱਥੇ ਘਰ ਵਾਲੀਆਂ ਕੁੱਟੀਆਂ ਜਾਂਦੀਆਂ, ਜਿੱਥੇ ਘਰ ਦੇ ਵਿੱਚ ਦੀਵਾਰਾਂ ਵੀ ਵਿਕ ਜਾਂਦੀਆਂ, ਉਹ ਤੇ ਠੇਕੇ ਖੋਲ੍ਹੋ, ਉੱਥੇ ਤੇ ਸ਼ਰਾਬਾਂ 'ਤੇ ਦਿਓ। ਘਰਾਂ 'ਚ ਸਪਲਾਈ ਕਰਤੀ। ਬੜਾ ਅਫਸੋਸ ਦੀ ਗੱਲ ਹੈ ਕਿ ਘਰਾਂ ਵਿੱਚ ਡਿਲੀਵਰੀ ਕੀਤੀ ਜਾਵੇ ਸ਼ਰਾਬ ਦੀ, ਤਾਂ ਜੋ ਇਹਨਾਂ ਸ਼ਰਾਬ ਵਿਕਣੀ ਚਾਹੀਦੀ ਹੈ। ਇਹਨਾਂ ਨੂੰ ਕਿਸੇ ਇਹ ਨਹੀਂ, ਫਾਈਨੈਂਸ ਦਾ ਮਤਲਬ ਨਹੀਂ ਇਹਨਾਂ ਨੂੰ। ਉਹ ਤਾਂ ਲੋਕਾਂ ਦੇ ਘਰਾਂ 'ਚ, ਮਿਨਿਸਟਰਾਂ ਦੇ ਘਰ ਜਾ ਰਿਹਾ, ਉਹ ਤਾਂ ਡਰੱਗ ਮਾਫੀਆ ਦੇ ਘਰ ਜਾ ਰਿਹਾ, ਸ਼ਰਾਬ ਮਾਫੀਆ ਦੇ ਘਰਾਂ 'ਚ ਜਾ ਰਿਹਾ। ਸੋ ਮੈਂ ਸਮਝਦੀ ਹਾਂ ਕਿ ਸਰਕਾਰ ਅੱਜ ਇਹ ਜਿੱਦਾਂ ਉਲਝ ਜਿਹੀ ਗਈ ਹੁੰਦੀ ਹੈ, ਭਟਕ ਜਿਹੀ ਗਈ ਹੈ ਵੀ ਕੰਮ ਕਿਹੜੀ ਪ੍ਰੈਫਰੈਂਸ ਦੇਣੀ ਹੈ, ਕਿਹੜੀ ਨਹੀਂ ਦੇਣੀ। ਅੱਜ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਣੀ ਹੈ, ਜਿੱਥੋਂ ਚੰਗੀ ਸਿਹਤ ਮਿਲਣੀ ਹੈ, ਉੱਥੇ ਤੇ ਕਰ ਦਿਓ ਬੰਦ, ਅਤੇ ਜਿੱਥੇ ਇਨਸਾਨੀਅਤ ਦਾ ਕਤਲ ਹੋਣਾ ਹੈ ਉਹਨਾਂ ਲੋਕਾਂ ਦੇ ਵਿੱਚ ਉੱਥੇ ਵਾੜ ਦਿਓ। ਸੋ ਮੈਂ ਸਮਝਦੀ ਹਾਂ ਕਿ ਸਰਕਾਰ ਅੱਜ ਉਲਝ ਜਿਹੀ ਗਈ ਹੈ, ਉਹਨੂੰ ਸਮਝ ਨਹੀਂ ਲੱਗ ਰਹੀ ਵੀ ਕੀ ਕਰੀਏ ਅਤੇ ਕੀ ਨਾ ਕਰੀਏ। ਨਾ ਤਾਂ ਇਹਨਾਂ ਨੂੰ ਕਿਸੇ ਰਾਸ਼ਨ ਦੇਣ ਦਾ ਫਿਕਰ, ਨਾ ਲੋਕਾਂ ਨੂੰ PP ਕਿੱਟਾਂ ਦੇਣ ਦਾ ਫਿਕਰ, ਨਾ ਡਾਕਟਰ ਵਿਚਾਰੇ ਹੜਤਾਲਾਂ ਕਰਕੇ ਬੈਠੇ ਹੈ ਕਿ ਸਾਨੂੰ ਬਿਮਾਰੀਆਂ ਲੱਗ ਗਈਆਂ, ਅਸੀਂ ਬਿਮਾਰ ਹੋ ਗਏ ਹਾਂ। ਲੈਬੋਰਟਰੀ ਵਾਲੇ ਵਿਚਾਰੇ ਜਿਹੜੇ ਲੈਬੋਰਟਰੀ 'ਚ ਕੰਮ ਕਰਨ ਵਾਲੇ ਹੈ, ਉਹ ਬਿਮਾਰ ਹੋ ਗਏ ਹੈ ਕਿ ਸਾਡੇ ਕੋਲ ਕਿੱਟਾਂ ਨਹੀਂ ਹੈ, ਅਸੀਂ ਕੀ ਟੈਸਟ ਕਰੀਏ। ਟੈਸਟ ਕਰਨ ਵਾਸਤੇ ਇਹਨਾਂ ਕੋਲ ਕੋਈ ਜੰਤਰ ਨਹੀਂ, PP ਕਿੱਟਾਂ ਇਹਨਾਂ ਕੋਲ ਕੋਈ ਨਹੀਂ। ਜਿਹੜੇ ਮਰੀਜ਼ ਹੈ ਜਾਂਦੇ, ਉਹ ਵਿਚਾਰੇ ਭਟਕ ਭੁੱਟ ਕੇ ਆਪੇ ਹੀ ਮਾੜਾ ਮੋਟਾ ਇਲਾਜ ਕਰ ਕੁਰ ਕੇ ਚਲੇ ਜਾਂਦੇ ਹੈ, ਅਤੇ ਉਹ ਲੋਕ ਇੰਨੇ ਤੜਫਦੇ ਹੈ, ਇੰਨੀਆਂ ਗਾਲਾਂ ਕੱਢਦੇ ਹੈ, ਥਾਂ ਥਾਂ ਦੇ ਉੱਤੇ ਇਹਨਾਂ ਦਾ ਜਲੂਸ ਨਿਕਲ ਰਿਹਾ। ਸਰਕਾਰ ਇਸ ਵੇਲੇ ਉਲਝੀ ਪਈ ਹੈ, ਭਟਕੀ ਪਈ ਹੈ। ਇਹਨਾਂ ਦੇ ਕੋਲ ਕੋਈ ਰਾਹ ਨਹੀਂ ਇਸ ਵੇਲੇ ਕਿ ਲੋਕਾਂ ਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ।
ਜਦ ਕਿ ਸਰਕਾਰੀ ਟੀਚਰਾਂ ਦੇ ਹਾਲਾਤ ਜਿਹੜੇ ਨੇ ਉਹ ਇੰਨੇ ਕੁ ਮਾੜੇ ਹੋ ਚੁੱਕੇ ਨੇ ਕਿ ਜਿਹੜੇ ਕਿ ਪਿਛਲੇ ਦਿਨੀ ਕਪੂਰਥਲਾ ਦੇ ਵਿੱਚ ਇੱਕ ਟੀਚਰ ਜਿਹੜਾ ਕਿ ਪੱਕੇ ਹੋਣ ਦੇ ਖਾਤਰ ਉਹਨੇ ਕਿਹਾ ਸਾਨੂੰ 6000 ਤਨਖਾਹ ਮਿਲਦੀ ਸੀ, ਕਿਰਾਏ ਦੇ ਮਕਾਨ ਦੇ ਉੱਪਰ ਰਹਿੰਦੇ ਹਾਂ। ਟੀਚਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰਾਂ ਦੇ ਉੱਪਰ ਚੜ੍ਹਨਾ ਸ਼ੁਰੂ ਕਰ ਦਿੱਤਾ, ਬਿਜਲੀ ਦੇ ਖੰਭਿਆਂ ਦੇ ਉੱਪਰ ਚੜ੍ਹਨਾ ਸ਼ੁਰੂ ਕਰ ਦਿੱਤਾ। ਤੁਸੀਂ ਇਹਨੂੰ ਕੀ ਸਮਝਦੇ ਹੋ? ਦੇਖੋ, ਇਹਨਾਂ ਨੇ ਜਦੋਂ ਸਰਕਾਰ ਬਣਾਈ ਸੀ, ਇਹਨਾਂ ਨੇ ਕਿਹਾ ਸੀ ਸਾਰੇ ਅਧਿਆਪਕ ਪੱਕੇ ਕਰਾਂਗੇ, ਸਾਰੇ ਡਾਕਟਰਸ ਪੱਕੇ ਕਰਾਂਗੇ, ਸਾਰੇ ਨਰਸਿਸ ਪੱਕੇ ਕਰਾਂਗੇ। ਪੱਕੇ ਕੀ ਕਰਨੇ ਸੀ? ਅਧਿਆਪਕ ਜਿਹੜੇ 42,000 ਤਨਖਾਹ ਲੈਂਦੇ ਸੀ ਉਹ 14,000 ਤਨਖਾਹ ਕਰਤੀ, ਤਨਖਾਹ ਕੱਟ ਦਿੱਤੀ, ਉਹਨਾਂ ਦੀਆਂ ਤਨਖਾਹਾਂ ਹੀ ਘਟਾ ਦਿੱਤੀਆਂ। ਅੱਜ ਅਧਿਆਪਕ 7,000 ਲੈ ਕੇ 10,000 ਲੈ ਕੇ ਕੀ ਨੌਕਰੀ ਕਰੂ, ਕੀ ਲੋਕਾਂ ਦੀ ਸਮਾਜ ਦੀ ਸੇਵਾ ਕਰੂ, ਕੀ ਬੱਚੇ ਪੜ੍ਹਾਊ, ਆਪਣਾ ਘਰ ਕਿੱਦਾਂ ਦੇਖੂ, ਆਪਣਾ ਪਰਿਵਾਰ ਕਿੱਦਾਂ ਦੇਖੂ। ਇਸ ਵੇਲੇ ਖਾਸ ਕਰਕੇ ਇਸ ਵੇਲੇ ਦੇ ਸਮੇਂ ਦੇ ਵਿੱਚ ਆਪਣੇ ਬੱਚੇ ਪੜ੍ਹਾਉਣੇ ਉਹਨਾਂ ਲਈ ਔਖੇ ਹੋ ਜਾਂਦੇ। ਸੋ ਮੈਂ ਸਮਝਦੀ ਹਾਂ ਸਰਕਾਰ ਨੇ ਸਾਰੇ ਥਾਂ ਦੇ ਉੱਤੇ ਧੋਖਾ ਹੀ ਕੀਤਾ। ਕਿਤੇ ਉਹਨਾਂ ਨੂੰ ਲਾਰੇ ਲਾਏ ਸੀ, ਮਾਈਨਿੰਗ ਵੇਖੋ, ਮਾਈਨਿੰਗ ਦਾ ਅੱਜ ਨਵਾਂ ਇਹਨਾਂ ਨੇ ਜਿਹੜਾ ਕੱਢਿਆ ਕੈਬਨਿਟ ਦੇ ਵਿੱਚ ਫੈਸਲਾ ਕੀਤਾ, ਅਤੇ ਮਾਈਨਿੰਗ ਦੇ ਵਿੱਚ ਐਡਾ ਚੂਨਾ ਲੱਗਾ ਕਿ ਇਹ ਕਹਿੰਦੇ ਸੀ 1200 ਕਰੋੜ ਦੀ ਆਮਦਨ ਕਰਕੇ ਦਿਆਂਗੇ ਅਸੀਂ ਮਾਈਨਿੰਗ ਦੇ ਡਿਪਾਰਟਮੈਂਟ 'ਚ, 1200 ਕਰੋੜ ਦੀ ਆਮਦਨ ਕਰਾਂਗੇ। ਫਿਰ 1200 ਕਰੋੜ ਤੋਂ ਠੇਕਾ ਚੱਲ ਗਿਆ ਜੀ 306 ਕਰੋੜ ਦੇ ਉੱਤੇ, 307 ਗਰੁੱਪਾਂ ਨੂੰ ਉਹਨੇ ਦਿੱਤਾ ਵੀ 26 ਕਰੋੜ ਰੁਪਈਆ ਮਹੀਨੇ ਦਾ ਜਮ੍ਹਾਂ ਕਰਾਇਆ ਕਰਨਗੇ। ਹੁਣ ਇਮੀਡੀਏਟ ਜਦੋਂ ਹੀ ਕਰਫਿਊ ਟੁੱਟਾ, ਇਹਨਾਂ ਨੇ ਪਹਿਲੀ ਮੀਟਿੰਗ ਕਰਕੇ ਜਲਦੀ ਬਾਕੀ ਤਾਂ ਲੜਾਈਆਂ ਪਈਆਂ ਹੋਈਆਂ ਸਾਰੀਆਂ, ਬਾਕੀ ਫਾਈਨੈਂਸ ਦਾ ਕੀ ਬਣ ਰਿਹਾ, ਰੈਵਨਿਊ ਦਾ ਕੀ ਬਣ ਰਿਹਾ, ਐਕਸਾਈਜ਼ ਦਾ ਸਭ ਖੂਚ ਪੈ ਗਿਆ। ਇੱਕੋ ਚਿੰਤਾ ਲੱਗ ਗਈ ਵੀ ਠੇਕੇ ਕਿੱਦਾਂ ਚਲਾਉਣੇ, ਇੱਕੋ ਚਿੰਤਾ ਲੱਗ ਗਈ ਕਿ ਮਾਈਨਿੰਗ ਦਾ ਕੰਮ ਕਿੱਦਾਂ ਚਲਾਉਣਾ ਹੈ, ਕਿਉਂਕਿ ਮਾਈਨਿੰਗ ਜਿਹੜੀ ਹੈ ਉਹ ਸਰਕਾਰੀ ਖੱਡ ਕੋਈ ਪਤਾ ਨਹੀਂ ਮਨਜ਼ੂਰ ਕੋਈ ਹੈਗੀ ਕਿ ਨਹੀਂ ਹੈਗੀ। 12,000 20,000 ਦਾ ਟਰੱਕ ਨਿਕਲ ਰਿਹਾ ਔਰ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਕਿੱਥੇ ਕਿਹੜੀ ਸਰਕਾਰ ਦੇ ਖਾਤੇ 'ਚ ਪੈਸਾ ਜਾ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ। ਰੋਪੜ ਜ਼ਿਲ੍ਹੇ ਚਲ ਜਾਓ, ਪਠਾਨਕੋਟ ਚਲੇ ਜਾਓ, ਪਟਿਆਲੇ ਚਲੇ ਜਾਓ, ਜਿਹੜੀਆਂ ਖੱਡਾਂ 'ਚੋਂ ਨਿਕਲੇ ਸਭ ਇਲੀਗਲ ਖੱਡਾਂ ਕੰਮ ਕਰ ਰਹੀਆਂ। ਕਿੱਥੇ ਪੈਸਾ ਜਾ ਰਿਹਾ ਕੋਈ ਸੁਣਵਾਈ ਨਹੀਂ, ਕੋਈ ਪੁੱਛ ਗਿੱਛ ਨਹੀਂ। 1200 ਕਰੋੜ ਕਿਹਾ, 306 ਕਰੋੜ 'ਤੇ ਆ ਗਏ, 26 ਕਰੋੜ। ਹੁਣ ਇਹਨਾਂ ਨੇ ਸਪੈਸ਼ਲ ਮਤਾ ਪਾ ਕੇ ਸਪੈਸ਼ਲ ਕੈਬਨਿਟ 'ਚ ਪਾਸ ਕੀਤਾ ਕਿ ਬਸ 4.5 ਕਰੋੜ ਹੀ ਜਮ੍ਹਾਂ ਕਰਾਈ ਜਾਓ। 4.5 ਕਰੋੜ ਰੁਪਏ 'ਤੇ ਆ ਗਏ, 26 ਕਰੋੜ ਤੋਂ 4.5 ਕਰੋੜ ਰੁਪਏ 'ਤੇ ਆ ਗਏ ਕਿ 4.5 ਕਰੋੜ ਰੁਪਏ ਮਹੀਨੇ ਜਮ੍ਹਾਂ ਕਰਾਈ ਜਾਓ ਅਤੇ ਭਾਵੇਂ ਜਿੰਨੀ ਮਰਜ਼ੀ ਇਲੀਗਲ ਖੱਡਾਂ ਵਿੱਚੋਂ ਤੁਸੀਂ ਖੁਦਾਈ ਕਰਾਈ ਜਾਓ। ਇਹ ਅੱਜ ਹਾਲਾਤ ਸਰਕਾਰ ਨੇ ਬਣਾਏ ਹੋਏ ਹੈ। ਪੰਜਾਬ ਸਰਕਾਰ ਇਸ ਵੇਲੇ ਬਿਲਕੁਲ ਫੇਲ ਹੋ ਚੁੱਕੀ ਹੈ। ਮਾਈਨਿੰਗ ਦਾ ਕੰਮ ਮਾਈਨਿੰਗ ਮਾਫੀਆ ਕਰ ਰਹੇ ਹੈ, ਐਕਸਾਈਜ਼ ਦਾ ਕੰਮ ਐਕਸਾਈਜ਼ ਮਾਫੀਆ ਕਰ ਰਿਹਾ ਹੈ। ਲੋਕਾਂ ਦੇ ਬੱਚਿਆਂ ਦਾ ਕੋਈ ਧਿਆਨ ਨਹੀਂ, ਪੜ੍ਹਾਈ ਦਾ ਕੋਈ ਧਿਆਨ ਨਹੀਂ, ਫੀਸਾਂ ਦਾ ਕੋਈ ਧਿਆਨ ਨਹੀਂ, ਲੋਕਾਂ 'ਤੇ ਇੰਨਾ ਬੋਝ ਪਿਆ ਕੋਈ ਧਿਆਨ ਨਹੀਂ। ਰਾਸ਼ਨ ਕਿਸੇ ਨੂੰ ਨਹੀਂ ਦਿੱਤਾ ਗਿਆ, ਸੈਂਟਰ ਵੱਲੋਂ ਜਿਹੜਾ ਰਾਸ਼ਨ ਆਇਆ ਉਹ ਨਹੀਂ ਵੰਡਿਆ ਗਿਆ, ਉਹ ਕਿੱਥੇ ਗਿਆ ਇਹਦੀ ਵੀ ਇੱਕ ਜਾਂਚ ਹੋਣ ਵਾਲੀ ਹੈ। ਜਿਹੜਾ ਸੈਂਟਰ ਦਾ ਰਾਸ਼ਨ ਆਇਆ ਉਹ 1 ਕਰੋੜ 40 ਲੱਖ ਲੋਕਾਂ ਲਈ ਆਇਆ ਸੀ, ਤਕਰੀਬਨ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਕਵਰ ਕਰਦਾ ਸੀਗਾ। ਕਿੱਥੇ ਗਿਆ ਉਹ? ਲੋਕਾਂ 'ਚ ਹਾਹਾਕਾਰ ਮਚੀ ਹੈ। ਜਦ ਕੋਈ ਦੱਸ ਹੀ ਦੇਣ, ਰਿਪੋਰਟ ਹੀ ਦੇ ਦੇਣ ਵੀ ਕਿੱਥੇ ਭੇਜਿਆ, ਕਿਹੜੇ ਪਿੰਡ 'ਚ ਕਿੰਨਾ ਗਿਆ, ਸਾਨੂੰ ਕਿਸੇ ਪਿੰਡ 'ਚ ਨਹੀਂ ਪਤਾ ਲੱਗਦਾ ਪਿਆ ਹੈ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਸਰਕਾਰ ਅੱਜ ਜਿੱਦਾਂ ਨਾ ਹੋਣ ਵਾਲੀ ਸਰਕਾਰ ਹੈ, ਨਾ ਤਾਂ ਲਗਾਮ ਕਿਸੇ ਅਫਸਰ ਦੀ ਇਹਨਾਂ ਦੇ ਹੱਥ ਵਿੱਚ ਹੈ, ਸਾਰੀ ਐਡਮਿਨਿਸਟ੍ਰੇਸ਼ਨ ਫੇਲ ਹੋ ਚੁੱਕੀ ਹੈ, ਲਾਅ ਐਂਡ ਆਰਡਰ ਕਿਸੇ ਪਾਸੇ ਨਹੀਂ ਰਹਿ ਸਕਿਆ, ਆਪਣੀਆਂ ਮਨਮਾਨੀਆਂ ਹਰ ਕੋਈ ਕਰ ਰਿਹਾ ਹੈ। ਸਰਕਾਰ ਮੁੱਖ ਮੰਤਰੀ ਜੀ ਅੰਦਰ ਵੜ ਕੇ ਬੈਠੇ ਹੈ, ਮੰਤਰੀ ਆਪਣੀਆਂ ਮਰਜ਼ੀਆਂ ਕਰੀ ਜਾ ਰਹੇ ਹੈ। ਇਹਨਾਂ ਨੇ ਇਸ ਲਾਕਡਾਊਨ ਦਾ ਇੰਨਾ ਫਾਇਦਾ ਉਠਾਇਆ, ਸਾਰੀਆਂ ਜੇਬਾਂ ਆਪਣੀਆਂ ਭਰੀਆਂ, ਸਰਕਾਰ ਲੋਕਾਂ ਉੱਤੇ ਬੋਝ ਪਾ ਰਹੀ। DSP ਕੋਈ ਵੀ MLA ਦੀ ਕੋਈ ਗੱਲ ਨਹੀਂ ਮੰਨਦਾ। ਦੇਖੋ, ਮੈਂ ਸਾਰੇ ਆਫਿਸਰਸ ਨੂੰ ਤਾਂ ਨਹੀਂ ਕਹਿੰਦੀ, ਆਫਿਸਰਸ ਬਹੁਤ ਅੱਛੇ ਵੀ ਕੰਮ ਕਰਨ ਵਾਲੇ ਹੈ, ਬੜੀ ਡਿਊਟੀਫੁੱਲ ਹੈ, ਵਧੀਆ ਕੰਮ ਕਰ ਰਹੇ ਹੈ, ਕੋਈ ਐਸੀ ਗੱਲ ਨਹੀਂ ਕਿ ਸਾਰੇ। ਦੇਖੋ, ਇਹ ਜਿਹੜੇ ਸਰਕਾਰ ਦੇ MLA ਮੰਤਰੀ ਹੈ ਇਹ ਚਾਹੁੰਦੇ ਹੈ ਕਿ ਅਸੀਂ SHO ਨੂੰ ਕਠਪੁਤਲੀਆਂ ਬਣਾ ਦਈਏ। ਮੈਂ ਕੱਲ੍ਹ ਇੱਕ ਵੀਡੀਓ ਸੁਣ ਰਹੀ ਸੀ ਕਿ SHO ਪੱਟੀ ਲੱਗਾ, SHO ਪੱਟੀ ਨੂੰ MLA ਫੋਨ ਕਰਦਾ, ਤੂੰ ਕਿੱਦਣ ਦਾ ਆਇਆ ਏ, 4 ਦਿਨ ਤੈਨੂੰ ਹੋ ਗਏ, ਤੈਨੂੰ ਪਤਾ ਇੱਥੇ MLA ਕੌਣ ਹੈ, ਤੂੰ ਸਤਿ ਸ਼੍ਰੀ ਅਕਾਲ ਕਿਉਂ ਨਹੀਂ ਬੁਲਾਈ, ਤੂੰ ਮੈਨੂੰ ਟੈਲੀਫੋਨ ਕਿਉਂ ਨਹੀਂ ਕੀਤਾ, ਤੈਨੂੰ ਪਤਾ ਤੂੰ SHO ਰਹਿਣਾ ਕਿ ਨਹੀਂ ਰਹਿਣਾ। ਉਹਨੇ ਕਿਹਾ ਸਰ ਮੈਂ ਫੋਨ ਕੀਤਾ ਸੀ, ਮੈਂ ਆਇਆ, ਦੱਸੋ ਹੁਕਮ ਦੱਸੋ। ਉਹ ਸਰ ਕਹਿ ਕੇ ਕਹਿ ਰਿਹਾ। ਔਰ ਇਹਨੂੰ ਦੇਖੋ ਕਿ ਇੱਕ ਇੰਸਪੈਕਟਰ ਜਿਹੜਾ ਬੜਾ ਜ਼ਿੰਮੇਵਾਰ ਥਾਂ ਦੇ ਉੱਤੇ ਲੱਗਾ ਹੁੰਦਾ ਹੈ, ਉਹਨੂੰ ਬੋਲਣਾ ਕਿੱਦਾਂ। ਇਹ ਕਿਸੇ DSP ਨੂੰ, ਕਿਸੇ SSP ਨੂੰ ਇਹ ਕਹਿਣਾ ਹੀ ਨਹੀਂ ਜਾਣਦੇ। ਇਹ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਰਕਾਰ ਰਹੀ ਹੈ, SSP DSP ਲੋਕਾਂ ਨੂੰ ਜਾਂਦਿਆਂ ਨੂੰ ਬਿਠਾਉਂਦੇ ਸੀ, ਲੋਕਾਂ ਦੀ ਇੱਜ਼ਤ ਕਰਦੇ ਸੀ,
इत्थों तक ये भी पूछना कि आओ जी कोई चाह लोगे, पानी लोगे, बैठो, तुसीं कोई काम है, बड़े प्यार नाल सुनते सीगे। और अज भी जे कोई अफसर जिहड़ा अपनी मर्जी नाल काम करदा वो अच्छा भी कर रहा है, मैं हर एक अफसर नूं नहीं कहंदी। और अज मैं समझदी हां कि ये सारियां बागडोरां बागां जिहड़ियां बागां ढिल्लियां होईयां वो इन्हां दी करतूत करके होईयां। हर MLA जिहड़ा वो अपना चहेता थाणेदार लवाउंदा है कि मैनू पैसे इकट्ठे करके दे, मैनू कोई मतलब नहीं, लोगों को लुट्टी जा, लोगों को इकट्ठे करके जा। जिहड़ा ते MLA इहो जे काम करवा रहा है वो कभी अफसर किसी के आखे नहीं लगेगा। क्यों लगे? क्योंकि ये मिनिस्टर का अपना किरदार ही नहीं रह गया, MLA का किरदार नहीं रह गया, तो अफसर क्यों चलूगा जी? इन्हों की लॉ एंड ऑर्डर उदों तक नहीं ठीक हो सकता जब तक उतों एडमिनिस्ट्रेशन जी है वधिया नहीं चल सकती। सो ये जो प्रेस्ट आप ही होणगे, आप ही करतूतां माड़ियां कराउणगे ते करनगे ते वो अफसर क्यों मनणगे? सो इस करके अफसरां दा भी कंट्रोल तां ही रहिंदा जो पहलां अपने ते कंट्रोल करिए। जद कि पंजाब सरकार आ जिहड़ी कि उन्होंने पुलिस वालियां नूं जिहड़ी कि उपरले अफसरां नूं सख्त हिदायतां देतियां कि पंजाब सरकार दा जिहड़ा खजाना खाली हो चुक्या होया वा कि उहदे विच जिहड़ा कि बिना मास्क तो वो कोई मास्क नहीं किसी ने बन्निया हुंदा, उहनूं हर वेले भावें गरीब आ भावें कोई अमीर आ, किसी दी जेब 'च पैसे हुंदे आ, किसी दी जेब 'च पैसे नहीं हुंदे, उहनूं 200 रुपए दा चलान करदा। इन्नी भी की जरूरत पै गई सी जिहड़ा 200 रुपए दे उपर सरकारां मरन लग पईआं? देखो, सेवा संस्थावां ने बहुत मास्क वंडे है और मैं समझदी हां कि ये है भी जरूरी है कि हिफाजत नाल सानूं रहना चाहिए। मैं नहीं कहती कि मास्क नहीं पहनना चाहिए। जदों साडा लॉकडाउन है जां जदों खुलिया करफ्यू है उहदे च शर्त है कि जदों बाहर जाते हो तुसीं मास्क बन के जाना। ये तो हर एक नूं है। तुहाडे कोल मास्क नहीं खरीद सकते, घर विच कोई कपड़ा हुंदा है उहदे नाल आपां तैयार कर लीए, हुण तुसीं अपनी ठाठी बना के बन के आए हो, सुचेत होना पवेगा। सरकार दी जे वो चाहे तो सरकार जिन्ना पैसा इन्होंने कमाया 2 नंबर दे विच इहदे मास्क ही बना के वंड देंदे लोकां नूं, लोकां दी सेवा ही कर देन कि चलो जे नहीं कोई बन सकता, जे नहीं लोकां नूं इहो जी गल ते राह जांदे फड़ाई भी जान। मैं कई बार देखिया भी है कि पुलिस वाले भी फड़ा रहे सी, लोग भी फड़ा रहे सी। लोगों ने सेवा बड़ी की, बहुत सेवा की, बना के लखां बना के वंडे है। पर मैं देखो मैं कल्ला इहदे विच प्रशासन दी नहीं, मैं कहंदी मैं समझदी हां कि लोगों की भी ड्यूटी बनती है कि अपनी हिफाजत आप करिए। किते ये ना होवे ये महामारी की करोपी जड़ी है दुनिया च बहुत फैली है, ये मत सोचिए कि जे अजे थोड़ी घट सी फिर भी अपनी परसेंटेज बहुत रही है मौतां दी। जे पंजाब दे विच एकदम हुण खुले हैं, सानू सुचेत होना चाहिए और बड़े अलर्ट होकर बाहर निकलना चाहिए, सोशल डिस्टेंस बना के रखना चाहिए और मास्क पा के जे तुसीं जा रहे हो तो किसी भी हो सकता, ये हर कोई सोचे मैनू भी हो सकता, किसी होर भी हो सकता। ये मत कोई सोचे कि मैनू नहीं है, हर कोई सोचे कि मैनू है। इस करके मैं समझदी हां कि सरकार नूं ये बोझ तो नहीं पाउणा चाहिए कि उन्होंने एकदम चलान करी जान जां कुछ भी, उन्होंने सुचेत करन ते ये गल लोकां नूं भी मननी चाहिए है कि असीं मास्क पा के बाहर निकलीए। जिद्दां कि पंजाब सरकार ने कल तो ऐलान किया सी जिहड़ी कि पैप्सू रोडवेज ਜਾਂ रोडवेज ਜਿਹੜੀਆਂ कि ਬੱਸਾਂ ਸੇਵਾਵਾਂ ਉਹ ਸ਼ੁਰੂ ਕੀਤੀਆਂ ਜਾਊਗੀਆਂ। ਉਹਦੇ ਵਿੱਚ ਜਿਹੜੀਆਂ ਕਿ ਪ੍ਰਾਈਵੇਟ ਬੱਸਾਂ ਵਾ ਉਹ ਵਿਚਾਰੇ ਜਿਹੜੇ ਕਿ ਆਪਣਾ ਬਿਜ਼ਨਸ ਕਰਦੇ ਹਨ, ਆਪਣੀਆਂ ਬੱਸਾਂ ਚਲਾਉਂਦੇ, ਉਹ ਆਪਣਾ ਘਰ ਦਾ ਗੁਜ਼ਾਰਾ ਕਿੱਦਾਂ ਕਰਨਗੇ? ਉਹ ਉਹਨਾਂ ਦਾ ਕਹਿਣਾ ਇਹ ਆ ਕਿ ਸਰਕਾਰ ਆਪਣਾ ਢਿੱਡ ਭਰਨ ਦੀ ਬਜਾਏ ਆਪਣੀਆਂ ਬੱਸਾਂ ਚਾਲੂ ਕਰ ਲੈਣ, ਜਿਹੜੇ ਪ੍ਰਾਈਵੇਟ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ। देखो जिहड़ा सोशल डिस्टेंस रखना वो तो है जरूरी है, वो तो एज पर रूल्स रखना ही पैना। पर यह मैं भी समझदी हाँ कि एक प्राइवेट बस होल्डर जिहड़ा उन्होंने एक बस विच 20 सवारियां लैके जानियां बड़ियां उन्होंने वारा नहीं खांदियां, तकलीफ तो हुंदी है। पर ये तो हुण सरकार बैठ के गल करे, कोई ना कोई हल कड्ढण जां कोई सरकार मदद कर सके जां सरकारां दे कोल की सोर्सेज ने, ये उन्होंने वेखना कि लोगों को किद्दां पैसीफाई कर सकते हैं तां जो जिहड़े डिपू होल्डर जां जिहड़े बस होल्डर्स है स्ट्राइक ना कर सकन, बसां ना बंद कर सकन। हुण तुसीं ये देखो कि अज टीचरां ने कीता होया सीगा, मुजाहरा कर रहे सी कि टीचरां नूं कहता कि जाके शराब दी पेटियां गिनो, शराब दी बोतलां गिनो। ये कोई करैक्टर थोड़ा हैगा सरकार दा। ये टीचर एक कौम का निर्माता ने, टीचर एक बड़ी रिस्पैक्टेबल जगह पर बैठे होंदा है, टीचर लोगों वास्ते गुरु होंदा है। तो जे वो जाके शराबां दियां फैक्ट्रियां में जाके शराबां गिनेगा तो दसो वो हुण बाकी की रह गया? एक पासे इन्होंने एक भी ऐलान कर दिता सीगा, मुक्तसर गुरुद्वारा साहब DC ने चिट्ठी कर दी कि गुरुद्वारियां च ऐलान करो कि जिहड़ी शराब की डिलीवरी है वो घर घर पहुँचाई जाऊगी। तुसीं देखो, तुसीं गुरुद्वारे च अनाउंसमेंट कराओ, गुरुद्वारे तो खोलने नहीं लेकिन शराब की डिलीवरी वास्ते गुरुद्वारे वरतने। इस तरह इन्होंने कर दी
ਗੁਰਦਾਸਪੁਰ ਚ ਠਿਕੜ ਦਿੱਤੀ ਕਿ ਜਿਹੜੀ ਸ਼ਰਾਬ ਹੈ ਉਹਦੀ ਟੀਚਰ ਜਿਹੜੇ ਉੱਥੇ ਰਾਖੀ ਕਰਨਗੇ। ਦੱਸੋ ਜੀ, ਕੋਈ ਹੈ ਕੋਈ ਗੱਲ ਕਰਨ ਵਾਲੀ? ਪਤਾ ਨਹੀਂ ਕੀ ਨਮੋਸ਼ੀ ਵਾਲੀਆਂ ਗੱਲਾਂ ਕਰ ਰਹੇ ਹੈ ਸਰਕਾਰ। ਕੋਈ ਚੰਗੇ ਪਾਸੇ ਇਹ ਪਤਾ ਨਹੀਂ ਫੈਸਲੇ ਕੌਣ ਲੈ ਰਿਹਾ। ਨਾ ਮੁੱਖ ਮੰਤਰੀ ਦਾ ਫੈਸਲਾ ਕੋਈ ਰਹਿ ਜਾਂਦਾ। ਅੱਜ ਫੈਸਲਾ ਕਰਦੇ, ਦੂਜੇ ਦਿਨ ਵਾਪਸ, ਅੱਜ ਗੱਲ ਕਰਦੇ ਹੈ, ਦੂਜੇ ਦਿਨ ਖਤਮ। ਇੱਕ ਲੈ ਕੌਣ ਰਿਹਾ? ਨਾ ਤਾਂ ਇਹ ਪਤਾ ਲੱਗਦਾ ਮੁੱਖ ਸਕੱਤਰ ਸਹੀ ਹੈ ਕਿ ਨਾ ਪਤਾ ਲੱਗਦਾ ਮੰਤਰੀ ਸਹੀ ਹੈ। ਸੋ ਸਾਰੇ ਉਲਝੇ ਪਏ ਹੈ। ਜਦ ਕਿ ਮੰਤਰੀ ਆਪਣੇ ਹੋਰ ਆਦੇਸ਼ ਦਿੰਦੇ ਨੇ, ਵਿਭਾਗ ਆਪਣੇ ਹੋਰ ਆਦੇਸ਼ ਦਿੰਦੇ ਨੇ, ਮਿੰਟ 'ਚ ਕੋਈ ਉਹਨਾਂ ਦਾ ਮੰਤਰੀਆਂ ਦਾ ਵੀ ਕਹਿਣਾ ਮੰਨ ਕੇ ਰਾਜੀ ਨੀਗਾ। ਮੰਤਰੀ ਤਾਂ ਸਾਰੇ ਦੇਖੋ ਜੀ ਇਸ ਵੇਲੇ ਫਸੇ ਪਏ ਨੇ ਇਸ ਗੱਲ ਵਿੱਚ ਵੀ ਸ਼ਰਾਬ ਮਾਫੀਆ ਦਾ ਧੰਦਾ ਕਰੀ ਜਾਂਦੇ ਹੈ, ਮਾਈਨਿੰਗ ਮਾਫੀਆ ਦਾ ਧੰਦਾ ਕਰੀ ਜਾਂਦੇ ਹੈ, ਇਹ ਕਮਾਈਆਂ ਕਰਨ ਲੱਗੇ ਹੈ। ਲੋਕਾਂ ਨੂੰ ਬਿਮਾਰੀ ਦੇ ਪਈ ਹੈ ਅਤੇ ਇਹਨਾਂ ਨੂੰ ਆਪਣੀ ਚਿੰਤਾ ਪਈ, ਇਹਨਾਂ ਦੀ ਆਪਣੀ ਧਨ ਦੀ ਬਿਮਾਰੀ ਨਹੀਂ ਜਾਂਦੀ। ਸੋ ਮੈਂ ਸਮਝਦੀ ਹਾਂ ਕਿ ਜਿਹੜੇ ਆਫਿਸਰ ਹੈ ਉਹ ਕੰਟਰੋਲ 'ਚ ਕਿੱਦਾਂ ਰਹਿਣਗੇ? ਆਫਿਸਰ ਕੰਟਰੋਲ 'ਚ ਰਹਿਣਗੇ ਤਾਂ ਜੇ ਆਪਣੇ 'ਤੇ ਇਹਨਾਂ ਦਾ ਕੰਟਰੋਲ ਹੋਏਗਾ। ਜਦੋਂ ਪੋਲੀਟੀਕਲ ਮਿਨਿਸਟਰ ਜਿਹੜੇ ਹੈ ਜਦੋਂ ਉਹ ਆਪਣੀ ਕੰਟਰੋਲ ਨਹੀਂ ਰੱਖਣਗੇ, ਕਦੀ ਅਫਸਰ ਨੂੰ ਖਿੱਚ ਨਹੀਂ ਸਕਣਗੇ, ਕਦੀ ਅਫਸਰ ਨੂੰ ਕੰਟਰੋਲ 'ਚ ਨਹੀਂ ਕਰ ਸਕਣਗੇ। ਅਫਸਰ ਤਾਂ ਫਿਰ ਬੇਲਗਾਮ ਆਪਣੇ ਆਪ ਹੀ ਹੋਣਗੇ। ਸੋ ਮੈਂ ਸਮਝਦੀ ਹਾਂ ਕਿ ਗਵਰਨਰ ਸਾਹਿਬ ਨੂੰ ਸਰਕਾਰ ਭੰਗ ਕਰ ਦੇਣੀ ਚਾਹੀਦੀ ਹੈ ਅਤੇ ਇਹ ਸਰਕਾਰ ਭੰਗ ਕਰਕੇ ਅਤੇ ਜਿਹੜੀ ਅੱਜ ਲੋਕਾਂ ਦੀ ਐਡਮਿਨਿਸਟ੍ਰੇਸ਼ਨ ਫੇਲ ਹੋਈ ਹੈ ਉਹਨੂੰ ਬਹਾਲ ਕਰਨਾ ਚਾਹੀਦਾ। ਸੋ ਇਹ ਸਨ ਸਾਡੇ ਨਾਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ। ਕੈਮਰਾਮੈਨ ਸੁਧੀਰ ਕਸ਼ਪ ਦੇ ਨਾਲ ਸੁਨੀਲ ਗੋਗਨਾ, ANB ਨਿਊਜ਼, ਕਪੂਰਥਲਾ।